ਸਟਾਰਟ ਕਰਦੇ ਹਾਂ। ਆਪਾਂ ਲਾਸਟ ਕਰ ਰਹੇ ਸੀ DHTML। ਠੀਕ ਹੈ, ਉਸ ਦੇ ਵਿੱਚ ਕੁਝ ਕੰਪੋਨੈਂਟ ਸੀ ਲਾਈਕ DHTML ਕੀ ਹੈ, ਬੇਸਿਕਲੀ ਕਲੈਕਸ਼ਨ ਹੈ HTML CSS ਜਾਵਾਸਕ੍ਰਿਪਟ DOM। ਕੁਝ ਆਪਾਂ ਇੰਟਰੋਡਕਸ਼ਨ ਦੇਖੀ ਸੀ ਉਦੋਂ। ਅੱਜ ਆਪਾਂ ਦੇਖਦੇ ਹਾਂ CSS ਇੰਟਰੋਡਕਸ਼ਨ। CSS ਨੂੰ ਥੋੜਾ ਜਿਹਾ ਹੋਰ ਦੇਖੀਏ ਡਿਟੇਲ ਦੇ ਵਿੱਚ ਵੀ CSS ਕੀ ਚੀਜ਼ ਹੈ। CSS ਦਾ ਮੀਨਸ ਕੀ ਹੈ? CSS ਸਟੈਂਡਸ ਫॉर ਕਾਸਕੇਡਿੰਗ ਸਟਾਈਲ ਸ਼ੀਟਸ। ਹੁਣ ਜੋ ਆਪਣਾ ਇੰਟਰਨੈਟ ਹੈ ਜਾਂ ਵੈਬ ਪੇਜ ਹੈ, ਜਿਵੇਂ ਆਪਾਂ ਨੂੰ ਪਤਾ ਸਾਈਟ ਹੈ ਕਿ ਵੈਬਸਾਈਟ ਇਜ਼ ਅ ਕਲੈਕਸ਼ਨ ਆਫ ਵੈਬ ਪੇजेस ਐਂਡ ਈਚ ਵੈਬ ਪੇਜ ਕੈਨ ਕੰਟੇਨ HTML CSS JavaScript and some server side scripting also. HTML is basically a structure. In HTML we create structure of our web page and CSS is used to beautify this structure। like ਕੁਝ ਚੀਜ਼ ਨੂੰ ਆਪਾਂ ਹੋਰ ਬਿਊਟੀਫਾਈ ਕਰਨਾ ਹੈ ਆਪਣੇ ਵੈਬ ਪੇਜ ਨੂੰ, ਆਪਾਂ ਕਿਹਦੇ ਥਰੂ ਕਰਦੇ ਹਾਂ? CSS ਦੇ ਥਰੂ। ਦੈਨ ਕੁਝ ਲੌਜਿਕ ਇੰਪਲੀਮੈਂਟ ਕਰਨੇ ਹੋ ਆਪਾਂ ਕਿਹਦੇ ਨਾਲ ਕਰਦੇ ਹਾਂ? ਜਾਵਾਸਕ੍ਰਿਪਟ ਦੇ ਵਿੱਚ, ਜਾਂ VB ਸਕ੍ਰਿਪਟ ਵੀ ਯੂਜ਼ ਹੁੰਦੀ ਹੈ ਆਪਣੀ। ਠੀਕ ਹੈ ਨਾ, ਜਾਵਾਸਕ੍ਰਿਪਟ ਦੇ ਵਿੱਚ ਆਪਾਂ ਲੌਜਿਕ ਇੰਪਲੀਮੈਂਟ ਕਰਦੇ ਹਾਂ ਜੋ ਕਲਾਇੰਟ ਸਾਈਡ ਤੇ ਹੁੰਦੇ ਆ। ਕੁਝ ਚੀਜ਼ ਜੋ ਆਪਾਂ ਚਾਹੁੰਦੇ ਹਾਂ ਵੀ ਸਰਵਰ ਸਾਈਡ ਤੇ ਪਰਫਾਰਮ ਹੋਵੇ, ਉਹ ਆਪਾਂ ਸਰਵਰ ਸਾਈਡ ਸਕ੍ਰਿਪਟਿੰਗ 'ਚ ਕਰਦੇ ਹਾਂ। ਹੁਣ HTML ਜੋ ਆਪਾਂ ਵਰਕ ਕੀਤਾ ਲਾਈਕ ਟੇਬਲ ਕ੍ਰੀਏਟ ਕਰਨਾ ਹੈ, ਇਮੇजेस ਲਗਾਉਣੀਆਂ, ਲਿੰਕਸ ਲਗਾਉਣੇ, ਜਾਂ ਜੋ ਆਪਣੀਆਂ ਲਿਸਟਸ ਕ੍ਰੀਏਟ ਕਰਨੀਆਂ, ਹੁਣ ਉਹਨਾਂ ਨੂੰ ਕੁਝ ਬਿਊਟੀਫਾਈ ਕਰਨਾ ਹੈ, ਉਸ ਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਬਣਾਉਣਾ ਹੈ। ਉਹ ਕਿਹਦੇ ਥਰੂ ਬਣਨਗੇ? CSS ਦੇ ਥਰੂ। ਕਾਸਕੇਡ ਸਟਾਈਲ ਸ਼ੀਟਸ ਮਤਲਬ ਇਹ ਕੀ ਹੈ? ਸਟਾਈਲ ਸ਼ੀਟਸ ਹੋਣਗੀਆਂ ਉਹਨਾਂ ਦੀਆਂ। CSS describe how HTML elements are to be displayed on screen, paper or in other media। ਠੀਕ ਹੈ, w3schools.com ਤੋਂ, ਠੀਕ ਹੈ, ਉਸ ਸਾਈਟ ਤੋਂ ਨੋਟਸ ਲਏ ਹੋਏ ਆ ਕੁਛ। ਇਹ ਤੁਸੀਂ ਇਸ ਸਾਈਟ ਨੂੰ ਫੋਲੋ ਕਰ ਸਕਦੇ ਆ ਹੋਰ ਇਸ ਦੀ ਡਿਟੇਲ ਦੇਖਣ ਦੇ ਲਈ। CSS saves lot of work like ਆਪਾਂ ਲਾਸਟ ਵੀਡੀਓ ਦੇ ਵਿੱਚ ਇੱਕ ਐਗਜ਼ਾਮਪਲ ਕੀਤੀ ਸੀ ਵੀ ਆਪਾਂ ਨੂੰ ਬਾਰ-ਬਾਰ ਫੌਂਟ ਟੈਗ ਜ਼ਰੂਰਤ ਨਹੀਂ ਹੈ ਉਸਨੂੰ ਦੇਣ ਦੀ। ਇੱਕ ਵਾਰ ਆਪਾਂ ਉਹਦਾ ਸਟਾਈਲ ਐਕਸਪਲੇਨ ਕਰ ਦਿੰਦੇ ਹਾਂ, ਉਹਦੇ ਨਾਲ ਉਹ ਆਪਣੇ ਆਪ ਚੱਲ ਲੱਗਦਾ ਹੈ। ਪਲੱਸ ਐਕਸਟਰਨਲ ਸਟਾਈਲ ਸ਼ੀਟਸ ਵੀ ਯੂਜ਼ ਕਰ ਸਕਦੇ ਹਾਂ। ਇਹਦਾ ਇੱਕ ਫਾਇਦਾ ਇਹ ਹੋ ਜਾਂਦਾ ਵੀ ਕੁਝ ਪ੍ਰੀ ਡਿਫਾਈਨਡ ਸਟਾਈਲ ਸ਼ੀਟਸ ਵੀ ਪਈਆਂ, ਆਪਾਂ ਡਾਇਰੈਕਟਲੀ ਉਹਨਾਂ ਨੂੰ ਯੂਜ਼ ਕਰ ਲਈਏ। ਠੀਕ ਹੈ, ਜ਼ਿਆਦਾ ਵਧੀਆ ਵੈਬਸਾਈਟ ਬਣ ਜਾਂਦੀ। ਮਤਲਬ ਆਪਾਂ ਨੂੰ CSS ਕੁਝ ਇਨਬਿਲਟ CSS ਜਾਂ ਪਹਿਲਾਂ ਹੀ ਜੋ CSS ਫਾਈਲ ਪਈਆਂ ਇੰਟਰਨੈਟ ਤੋਂ, ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ ਨਾ, ਐਕਸਟਰਨਲ ਸਟਾਈਲ ਸ਼ੀਟਸ ਵਗੈਰਾ ਲਈ। ਹੁਣ ਜੋ ਆਪਣੀ ਸਟਾਈਲ ਸ਼ੀਟ ਹੈ, ਇਸ ਦੇ ਵਿੱਚ ਜੇ ਆਪਾਂ ਦੇਖੀਏ ਜੋ ਟੈਗ ਹੈ, ਜਿਹੜਾ ਬੇਸਿਕ ਸਟਰਕਚਰ ਹੋਊਗਾ ਉਸਦਾ, ਜਿਵੇਂ ਆਪਾਂ ਕਹਿੰਦੇ ਹਾਂ ਜੋ ਆਪਣਾ CSS ਹੈ, ਉਸ ਦੇ ਵਿੱਚ ਆਪਣੇ ਕੁਝ ਟੈਗਸ ਨੂੰ ਆਪਾਂ ਕੁਝ ਹੋਰ ਬਿਊਟੀਫਾਈ ਕਰਨਾ ਹੈ, ਟੈਗਸ ਨੂੰ ਕੁਝ ਕਲਰ ਦੇਣਾ ਹੈ, ਕੁਝ ਉਹਦਾ ਫੌਂਟ ਸੈੱਟ ਕਰਨਾ ਹੈ। ਠੀਕ ਹੈ, ਉਹ ਚੀਜ਼ ਕੀ ਹੈ? ਜੋ ਉਹਦਾ ਸਿੰਟੈਕਸ ਹੈ, ਕੋਈ ਵੀ ਸਟਾਈਲ ਦੇਣ ਦਾ, ਸਭ ਤੋਂ ਪਹਿਲਾਂ ਆਪਣਾ ਟੈਗ ਦਾ ਨੇਮ ਹੁੰਦਾ ਹੈ। ਠੀਕ ਹੈ, ਜੋ ਆਪਣਾ ਸਿਲੈਕਟਰ ਹੋ ਸਕਦਾ ਹੈ, ਜਿਸ ਨੂੰ ਆਪਾਂ ਸਿਲੈਕਟਰ ਵੀ ਬੋਲ ਲੈਂਦੇ ਹਾਂ। ਕਿਸ ਟੈਗ ਦਾ ਨੇਮ ਹੋ ਗਿਆ। ਦੈਨ ਉਹਦੇ ਵਿੱਚ ਆਪਾਂ ਕਰਦੇ ਹਾਂ ਉਸਦੀ ਡੈਕਲੇਰੇਸ਼ਨਸ। ਕਿਹੜੀਆਂ ਡੈਕਲੇਰੇਸ਼ਨਸ ਦੇਣੀਆਂ ਆਪਾਂ? ਜਿਹੜੀਆਂ ਡੈਕਲੇਰੇਸ਼ਨ ਹੈ, ਇਸ ਦੇ ਦੋ ਮੇਨ ਪਾਰਟ ਹੁੰਦੇ ਆ। ਇੱਕ ਤਾਂ ਹੁੰਦਾ ਪ੍ਰੋਪਰਟੀ, ਇੱਕ ਹੁੰਦੀ ਉਸਦੀ ਵੈਲਿਊ। ਜੋ ਆਪਣਾ ਸਟਾਈਲ ਦਾ ਸਿੰਟੈਕਸ ਹੈ, ਇੱਕ ਹੋਊਗਾ ਆਪਣਾ ਸਿਲੈਕਟਰ ਨੂੰ ਆਪਾਂ ਡੈਕਲੇਰੇਸ਼ਨਸ ਦੇਵਾਂਗੇ। ਡੈਕਲੇਰੇਸ਼ਨਸ ਦੇ ਵਿੱਚ ਕੀ ਹੋ ਸਕਦਾ? ਪ੍ਰੋਪਰਟੀਜ਼ ਹੋ ਸਕਦੀਆਂ ਤੇ ਉਹਦੀਆਂ ਵੈਲਿਊਜ਼ ਹੋ ਸਕਦੀਆਂ। ਐਗਜ਼ਾਮਪਲ, H1 is a tag, color is a property, colon, blue will be its value। ਠੀਕ ਹੈ ਨਾ, ਇਹ ਸਿਲੈਕਟਰ ਹੈ ਵੀ H1 ਨੂੰ ਆਪਾਂ ਸਿਲੈਕਟ ਕੀਤਾ ਹੈ ਉਸਦੀ ਸਟਾਈਲ ਦੇਣ ਲਈ। ਇਹ ਉਹਦੀ ਪ੍ਰੋਪਰਟੀ ਹੈ, ਕਲਰ ਪ੍ਰੋਪਰਟੀ ਹੈ। ਇਹ ਕੀ ਹੈ? ਉਸਦਾ ਸਟਾਈਲ ਹੈ ਜਾਂ ਉਸਦੀ ਵੈਲਿਊ ਹੈ ਵੀ ਕਿਹੜੀ ਵੈਲਿਊ ਹੋ ਸਕਦੀ ਹੈ। ਹੁਣ ਜਿਹੜੇ ਮੇਨਲੀ ਜੋ ਆਪਾਂ ਕਹੀਏ CSS ਦੇ ਵਿੱਚ ਸਾਨੂੰ ਜਿਹੜੇ ਇਹ ਹੈ, ਜਿਹੜੀਆਂ ਉਹਦੀਆਂ ਪ੍ਰੋਪਰਟੀਜ਼ ਹੈ, ਇਹ ਵੀ ਥੋੜ੍ਹੀ ਜਿਹੀ ਯਾਦ ਰੱਖਣੀਆਂ ਪੈਂਦੀਆਂ ਵੀ ਕੀ ਹੋ ਸਕਦੀਆਂ। ਜਿਵੇਂ ਆਪਣਾ ਕਲਰ ਹੈ, ਐਵੇਂ ਹੋ ਸਕਦਾ ਬੈਕਗਰਾਊਂਡ ਕਲਰ। ਠੀਕ ਹੈ ਨਾ, ਬਾਰਡਰ ਹੋ ਸਕਦਾ ਹੈ, ਫਿਰ ਬਾਰਡਰ ਕਲਰ ਹੋ ਸਕਦਾ ਹੈ। ਦੈਨ ਆਪਾਂ ਕਹਿੰਦੇ ਮਾਰਜਨ ਹੋ ਸਕਦਾ ਹੈ, ਮਾਰਜਨ ਟੌਪ ਹੋ ਸਕਦਾ ਹੈ, ਮਾਰਜਨ ਲੈਫਟ ਹੋ ਸਕਦਾ ਹੈ,
ठीक है, बॉडी स्टाइल हो सकता है अपना, बॉर्डर स्टाइल हो सकता है, ਟੈਕਸਟ ਅਲਾਈਨ ਹੋ ਸਕਦਾ ਹੈ, ਜੋ ਬੇਸਿਕ ਆਪਾਂ ਦੇਖਦੇ ਹਾਂ ਕਾਫੀ ਇਹ ਮਤਲਬ ਪ੍ਰੋਪਰਟੀ, ਇਹ ਉਹਦੀਆਂ ਪ੍ਰੋਪਰਟੀਜ਼ ਹੈ ਜੋ ਸਾਨੂੰ ਜੇ ਆਪਾਂ ਇੰਟਰਨੈਟ ਤੋਂ ਦੇਖ ਲਾਂਗੇ ਵੀ ਪਾਰਟਿਕੂਲਰ ਟੈਗ ਨਾਲ ਅਸੀਂ ਕਿਹੜੀ ਪ੍ਰੋਪਰਟੀ ਯੂਜ਼ ਕਰ ਸਕਦੇ ਹਾਂ, ਪਲੱਸ ਉਹਦੀ ਕੀ ਵੈਲਿਊ ਹੋ ਸਕਦੀ ਹੈ। ਠੀਕ ਹੈ, ਉਹਨਾਂ ਨੂੰ ਆਪਾਂ ਸੈਮੀਕੋਲਨ ਨਾਲ ਕਰਾਂਗੇ। ਆਪਾਂ ਅੱਗੇ ਜਾ ਕੇ ਥੋੜੀ ਜਿਹੀ ਐਗਜ਼ਾਮਪਲਸ ਵੀ ਦੇਖਦੇ ਹਾਂ। ਜਿਵੇਂ ਆਪਣੀ ਇਸ ਐਗਜ਼ਾਮਪਲ 'ਚ ਦੇਖੋ, ਇੱਕ ਬੋਡੀ ਟੈਗ ਹੈ, ਬੋਡੀ ਟੈਗ ਦੇ ਵਿੱਚ ਮੈਂ ਕੀ ਸੈੱਟ ਕਰਤਾ ਹੈ, ਉਹਦੀ ਬੈਕਗਰਾਊਂਡ ਪ੍ਰੋਪਰਟੀ ਨੂੰ ਮੈਂ ਕਰਤਾ ਲਾਈਟ ਬਲੂ। H1 ਟੈਗ ਦੇ ਜਿਹੜੀ ਕਲਰ ਹੈ, H1 ਦਾ ਕਲਰ ਮੈਂ ਵਾਈਟ ਕਰਤਾ ਹੈ, ਟੈਕਸਟ ਅਲਾਈਨ ਕੀ ਕਰਤਾ ਹੈ, ਸੈਂਟਰ। ਮਤਲਬ ਉਹਦੀਆਂ ਦੋ ਪ੍ਰੋਪਰਟੀ ਸੈੱਟ ਕੀਤੀਆਂ। ਆਪਾਂ ਕਾਫੀ ਪ੍ਰੋਪਰਟੀ ਸੈੱਟ ਕਰ ਸਕਦੇ ਹਾਂ, ਅਰਾਊਂਡ ਮੇਰੇ ਖਿਆਲ 100 ਤੋਂ ਵੀ ਜ਼ਿਆਦਾ ਪ੍ਰੋਪਰਟੀਜ਼ ਹੋਣੀਆਂ। ਪੈਰਾਗ੍ਰਾਫ ਟੈਗ ਦੇ ਵਿੱਚ ਮੈਂ ਉਸਦਾ ਫੌਂਟ ਫੇਸ ਜੋ ਦੀ ਫੈਮਿਲੀ ਚੇਂਜ ਕਰਤੀ, ਟੈਕਸਟ ਸਾਈਜ਼ ਉਸਦਾ ਚੇਂਜ ਕਰਤਾ। ਠੀਕ ਹੈ ਨਾ, ਇਸ ਤਰੀਕੇ ਆਪਾਂ ਉਸਦਾ ਜੋ ਸਟਾਈਲ ਹੈ ਉਹ ਚੇਂਜ ਕਰ ਸਕਦੇ ਹਾਂ ਜਿਹੜਾ ਵੀ ਹੈ। ਜਿਵੇਂ ਸਪੋਜ਼ ਆਪਾਂ ਦੇਖ ਰਹੇ ਸੀ, ਗੱਲ ਕਰ ਰਹੇ ਸੀ, ਉਹਦਾ ਕਲਰ ਹੋ ਸਕਦਾ ਹੈ ਵੀ ਕਲਰ ਵਾਈਟ, ਟੈਕਸਟ ਅਲਾਈਨ ਸੈਂਟਰ, ਬੈਕਗਰਾਊਂਡ ਕਲਰ ਲਾਈਟ ਗ੍ਰੀਨ, ਬਾਰਡਰ 2 ਪਿਕਸਲ, ਸੋਲਿਡ ਹੋਵੇ, ਟੋਮੈਟੋ ਉਹਦਾ ਕੀ ਕਹਿੰਦੇ ਕਲਰ ਹੋਵੇ। ਠੀਕ ਹੈ, ਸਿਮਿਲਰਲੀ ਆਪਾਂ ਹੋਰ ਮੇਨਲੀ ਜਿਵੇਂ ਆਪਾਂ ਦੇਖਦੇ ਹਾਂ ਟੈਕਸਟ ਸ਼ੈਡੋ ਲਗਾ ਸਕਦੇ ਹਾਂ, ਟੈਕਸਟ ਸ਼ੈਡੋ। ਠੀਕ ਹੈ, ਕਿੰਨੇ ਪਿਕਸਲ ਡਾਊਨ, ਕਿੰਨੇ ਪਿਕਸਲ ਲੈਫਟ ਜਾਂ ਰਾਈਟ, ਤੇ ਉਸਦਾ ਕਲਰ ਕੀ ਕਰਨਾ ਸ਼ੈਡੋ ਦਾ, ਮਤਲਬ ਕਾਫੀ ਚੀਜ਼ਾਂ ਹੋ ਸਕਦੀਆਂ। ਠੀਕ ਹੈ ਨਾ, ਦੈਨ ਹੁਣ ਇਹ ਹੈ ਵੀ ਜਿਹੜੇ ਸਟਾਈਲਸ ਹੈ ਇਹ ਆਪਾਂ ਲਗਾਉਣੇ ਕਿਵੇਂ ਹੈ। ਜਿਹੜੇ ਸਟਾਈਲਸ ਹੈ ਇਹ ਆਪਾਂ ਆਪਣੇ ਪੇਜ ਦੇ ਵਿੱਚ, ਵੈਬ ਪੇਜ ਦੇ ਵਿੱਚ ਲਗਾਉਣੇ ਕਿਵੇਂ ਹੈ। ਇਸ ਨੂੰ ਲਗਾਉਣ ਦੇ ਲਈ ਆਪਣੇ ਕੋਲ ਤਿੰਨ ਮੇਨ ਚੀਜ਼ਾਂ, ਤਿੰਨ ਵੇ ਨਾਲ ਲਗਾ ਸਕਦੇ ਹਾਂ ਆਪਾਂ। ਮੀਨਸ ਆਪਾਂ CSS ਨੂੰ ਤਿੰਨ ਵੇਜ਼ ਦੇ ਨਾਲ ਸਾਡੇ HTML ਪੇਜ 'ਚ ਆਪਾਂ ਅੰਬੈਡ ਕਰ ਸਕਦੇ ਹਾਂ ਜਾਂ ਯੂਜ਼ ਕਰ ਸਕਦੇ ਹਾਂ। ਇੱਕ ਹੋ ਸਕਦਾ ਇਨਲਾਈਨ CSS, ਇੱਕ ਹੋ ਸਕਦਾ ਇੰਟਰਨਲ CSS, ਫਿਰ ਹੋ ਸਕਦਾ ਐਕਸਟਰਨਲ CSS। ਠੀਕ ਹੈ, ਐਕਸਟਰਨਲ CSS। ਜੇ ਆਪਾਂ ਪ੍ਰਾਇੋਰਟੀ ਵੀ ਦੇਖਾਂਗੇ ਤਾਂ ਇਨਲਾਈਨ ਦੀ ਮੈਕਸਿਮਮ ਪ੍ਰਾਇੋਰਟੀ ਹੁੰਦੀ ਹੈ, ਦੂਸਰੇ ਨੰਬਰ ਤੇ ਹੁੰਦੀ ਹੈ ਆਪਣੀ ਇੰਟਰਨਲ ਔਰ ਐਕਸਟਰਨਲ ਦੀ, ਜਿਹੜੀ ਬਾਅਦ ਵਿੱਚ ਆਪਾਂ ਵਰਡ ਜਿਹੜਾ ਬਾਅਦ 'ਚ ਯੂਜ਼ ਕਰਾਂਗੇ ਉਹਦੀ ਜ਼ਿਆਦਾ ਪ੍ਰਾਇੋਰਟੀ ਹੋ ਜੂਗੀ। ਪਹਿਲੇ ਨੰਬਰ ਤੇ ਇਨਲਾਈਨ, ਫਿਰ ਇੰਟਰਨਲ, ਐਕਸਟਰਨਲ। ਥਰਡ ਤੇ ਆ ਜਾਂਦਾ ਕੋਈ ਬਰਾਊਜ਼ਰ ਦੀ ਡਿਫਾਲਟ ਪ੍ਰੋਪਰਟੀ ਵੀ ਹੋ ਸਕਦੀ ਹੈ, ਮਤਲਬ ਡਿਫਾਲਟ ਬਰਾਊਜ਼ਰ ਨੇ ਕਿਸ ਕਲਰ ਦੇ ਵਿੱਚ ਉਹ ਸਾਡਾ ਕੰਪੋਨੈਂਟਸ ਦਿਖਾਣੇ ਆ। ਜਿਵੇਂ ਆਪਾਂ ਬਰਾਊਜ਼ਰ ਦੇ ਵਿੱਚ ਸਪੋਜ਼ ਥੀਮ ਚੇਂਜ ਕੀਤਾ ਹੋਇਆ ਤਾਂ ਆਪਣੀ ਵੈਬਸਾਈਟ ਥੋੜੀ ਜਿਹੀ ਉਸ ਥੀਮ ਦੇ ਅਕੋਰਡਿੰਗ ਡਿਸਪਲੇ ਹੋਊਗੀ, ਉਹ ਬਰਾਊਜ਼ਰ ਤੇ ਡਿਪੈਂਡ ਹੋ ਸਕਦਾ ਹੈ। ਬਟ ਅਗਰ ਉਹਨਾਂ ਦੇ ਇਨਲਾਈਨ ਜਾਂ ਇੰਟਰਨਲ ਐਕਸਟਰਨਲ ਸਟਾਈਲ ਸ਼ੀਟਸ ਲੱਗੀਆਂ ਤਾਂ ਪਹਿਲਾਂ ਇਹਦੀ ਵੈਲਿਊ ਚੇਂਜ ਹੋਣਗੀਆਂ, ਇਸ ਦੇ ਅਕੋਰਡਿੰਗ ਵੈਲਿਊ ਚੇਂਜ ਹੋਣਗੀਆਂ। ਅਗਰ ਇਹ ਨਹੀਂ ਲੱਗੀਆਂ ਫਿਰ ਸਾਡੇ ਬਰਾਊਜ਼ਰ ਦੇ ਅਕੋਰਡਿੰਗ ਉਹਦਾ ਜਿਹੜਾ ਸਾਡਾ ਇਨਫੋਰਮੇਸ਼ਨ ਹੈ ਬਰਾਊਜ਼ਰ ਦੇ ਅਕੋਰਡਿੰਗ ਡਿਸਪਲੇ ਹੋਊਗੀ। ਹੁਣ ਆਪਾਂ ਪਹਿਲਾਂ ਇਹਨਾਂ ਤਿੰਨਾਂ ਨੂੰ ਹੀ ਦੇਖੀਏ ਵੀ ਜਿਹੜੇ ਤਿੰਨ ਵੇ ਹੈ। ਫਸਟ ਆਪਾਂ ਦੇਖਦੇ ਹਾਂ ਇਨਲਾਈਨ ਸਟਾਈਲ ਸ਼ੀਟ। ਵੀ ਆਪਾਂ ਇਨਲਾਈਨ ਸਟਾਈਲ ਸ਼ੀਟ ਦਾ ਮਤਲਬ ਕੀ ਹੈ, ਲਾਈਕ ਆਪਾਂ ਲਾਸਟ ਵੀਡੀਓ 'ਚ ਦੇਖਿਆ ਸੀ ਸਟਾਈਲ ਸ਼ੀਟ ਨੂੰ ਆਪਾਂ ਯੂਜ਼ ਕਿਉਂ ਕਰਦੇ ਹਾਂ। ਸਪੋਜ਼ ਆਪਾਂ ਕਿਹਾ ਸੀ ਵੀ ਜਿਹੜਾ H1 ਹੈ, ਮੇਰੀ ਰਿਕੁਆਇਰਮੈਂਟ ਹੈ ਵੀ ਜਿਹੜਾ H1 ਟੈਗ ਹੈ ਅਗਰ ਮੈਂ 10 ਵਾਰ ਯੂਜ਼ ਕੀਤਾ ਵੈਬਸਾਈਟ ਦੇ ਵਿੱਚ, ਆਪਣੇ ਵੈਬ ਪੇਜ ਦੇ ਵਿੱਚ, ਉਹ ਰੈੱਡ ਕਲਰ ਦਾ ਹੋਵੇ। ਮੈਨੂੰ ਬਾਰ-ਬਾਰ ਫੌਂਟ ਟੈਗ ਲਗਾਉਣਾ ਪੈ ਰਿਹਾ ਸੀ, ਫੌਂਟ ਕਲਰ ਇਜ਼ ਇਕੁਅਲ ਟੂ ਰੈੱਡ। ਤਾਂ ਅਗਰ ਉਹਦਾ ਸੇਮ ਰੱਖਣਾ ਹੈ ਤਾਂ ਬੈਟਰ ਇਹ ਹੈ ਵੀ ਆਪਾਂ ਉਸ ਨੂੰ ਕੀ ਕਰੀਏ, ਇੱਕ ਉਹਦਾ ਸਟਾਈਲ ਬਣਾ ਕੇ ਰੱਖ ਲਈਏ। ਹੁਣ ਜਿਵੇਂ ਆਪਾਂ ਕਹਿੰਦੇ ਪਹਿਲੀ ਐਗਜ਼ਾਮਪਲ ਕੀ ਹੈ ਆਪਣੀ, ਇਨਲਾਈਨ ਸਟਾਈਲ। ਇਨਲਾਈਨ ਸਟਾਈਲ ਦਾ ਕੀ ਮਤਲਬ ਹੈ ਸਟਾਈਲ ਸ਼ੀਟ ਦਾ, ਜਾਂ ਆਪਾਂ ਇਨਲਾਈਨ ਸਟਾਈਲ ਸ਼ੀਟ ਜਦੋਂ ਆਪਾਂ ਯੂਜ਼ ਕਰਨੀ ਹੈ CSS। ਜਿਵੇਂ ਸਪੋਜ਼ ਆਪਣਾ ਇਹ ਹੈ H1 ਆਪਾਂ ਟੈਗ ਲਗਾਇਆ, hello 1, hello 2, hello 3। ਠੀਕ ਹੈ, ਜਦੋਂ ਇਨਲਾਈਨ ਹੈ, ਇਨਲਾਈਨ ਦਾ ਮਤਲਬ ਹੈ ਮੈਂ ਟੈਗ ਦੇ ਅੰਦਰ ਸਟਾਈਲ ਲਿਖਣਾ ਹੈ। ਸਟਾਈਲ ਇਜ਼ ਇਕੁਅਲ ਟੂ ਕਿਹੜਾ ਸਟਾਈਲ ਦੇਣਾ ਆਪਾਂ ਉਸਨੂੰ, ਜਿਹੜਾ ਵੀ ਆਪਾਂ ਉਹਦਾ ਸਟਾਈਲ ਦੇਣਾ ਹੈ ਉਹ ਆਪਾਂ ਇੱਥੇ ਲਿਖ ਦਾਂਗੇ। ਜਿਵੇਂ ਸਪੋਜ਼ ਆਪਾਂ ਕਹਿੰਦੇ ਵੀ ਮੈਂ ਉਹਦੀ ਕਲਰ ਪ੍ਰੋਪਰਟੀ ਚੇਂਜ ਕਰਨੀ ਹੈ, ਕਲਰ ਮੈਂ ਕਰਤਾ ਉਸਦਾ ਰੈਡ ਵਿਦ ਸੈਮੀਕੋਲਨ। ਸਿਮਿਲਰਲੀ ਕੋਈ ਦੂਸਰਾ ਕਰਨਾ ਹੈ, ਨਾਲ ਆਪਾਂ ਸੈਮੀਕੋਲਨ ਲਗਾ ਕੇ ਜਿੰਨੇ ਮਰਜ਼ੀ ਲਿਖ ਦਾਂਗੇ। ਅਲਾਈਨ, ਟੈਕਸਟ ਅਲਾਈਨ ਆਪਾਂ ਲਿਖ ਲੈਂਦੇ ਹਾਂ ਸੈਂਟਰ। ਠੀਕ ਹੈ ਨਾ, ਕੋਡ ਬੰਦ, ਸੈਮੀਕੋਲਨ ਲਗਾਉਣਾ ਨਾਲ। ਠੀਕ ਹੈ, ਮਤਲਬ ਹੁਣ ਮੈਂ ਕਿਸ ਦੀ ਵੈਲਿਊ ਚੇਂਜ ਕੀਤੀ ਹੈ, H1 ਦੇ, ਇਸ H1 ਜਿਹੜਾ ਮੈਂ hello 1 ਲਿਖਿਆ ਉਹਦਾ ਸਟਾਈਲ ਇਹ ਕਰਤਾ ਹੈ। ਜਦੋਂ ਮੈਂ ਇਸਨੂੰ ਬਰਾਊਜ਼ਰ ਤੇ ਦੇਖੂੰਗਾ ਜਿਹੜਾ H1 ਹੈ ਉਸ ਤੇ ਇਹ ਸਟਾਈਲ ਹੋਇਆ ਪਿਆ। ਕਿਸ ਤਰ੍ਹਾਂ ਦਾ ਸਟਾਈਲ ਹੋਇਆ ਪਿਆ ਜਿਹੜਾ H1 ਤੇ ਆਪਣਾ, ਇੱਕ ਤਾਂ ਉਹਦਾ ਕਲਰ ਰੈੱਡ ਹੋ ਗਿਆ, ਇੱਕ ਉਹ ਸੈਂਟਰ ਦੇ ਵਿੱਚ ਆ ਗਿਆ।
सिमिलरली मैं चाहना H2 जो है सॉरी H1 ਜਿਹੜਾ नीचे वाला H1 है ਇਹ राइट साइड ਤੇ ਆ ਜੇ ਤੇ ਇਸ ਦਾ ਕਲਰ ਹੋ ਜੇ ਬਲੂ। ठीक है H2 की हो गया राइट साइड ਤੇ ਤੇ ਉਹਦਾ ਕਲਰ ਕੀ ਹੋ ਗਿਆ ਬਲੂ। ਇਹ ਕੀ ਚੀਜ਼ ਹੈ ਆਪਣੀ ਇਨਲਾਈਨ ਸਟਾਈਲ ਸ਼ੀਟ, ਜਿਹੜੀ ਆਪਣੀ ਇਨਲਾਈਨ ਸਟਾਈਲ ਸ਼ੀਟ ਹੈ। ਇਸ ਨੂੰ ਜੇ ਸਟੂਡੈਂਟ ਨੂੰ ਤੁਹਾਨੂੰ ਮੈਂ ਕਰੂੰਗਾ ਵੀ ਇਸ ਨੂੰ ਤੁਸੀਂ ਪਿਕ ਲੈ ਲਓ ਪਹਿਲਾਂ एग्जाम्पल ਦੀ, ठीक है ना। वैसे मैं वीडियो अपलोड कर दूंगा पर फिर भी अपनी रैफरेंस ਦੇ ਲਈ ਇਨਲਾਈਨ ਸਟਾਈਲ ਸ਼ੀਟ ਦੀ ਇੰਨੀ ਕੁ ਪਿਕ ਲੈ ਲਓ ਵੀ ਆਪਾਂ ਟੈਗ ਦੇ ਅੰਦਰ ਹੀ ਉਸ ਦਾ ਸਟਾਈਲ ਆਪਾਂ ਡਿਫਾਈਨ ਕਰਤਾ ਹੈ। ਸੈਕਿੰਡ ਟਾਈਪ ਕੀ ਹੈ, ਫਸਟ ਤਾਂ ਸੀ ਇਨਲਾਈਨ ਜੋ ਆਪਾਂ ਕਹਿ ਰਹੇ ਹਾਂ ਇਹ। ਸੈਕਿੰਡ ਜੋ ਹੈ ਸੈਕਿੰਡ ਟਾਈਪ ਹੈਗੀ ਆਪਣੀ ਇੰਟਰਨਲ। ਇੰਟਰਨਲ CSS ਦਾ ਮਤਲਬ ਹੈ ਵਿਦਿਨ ਦਾ ਸੇਮ ਫਾਈਲ, ਵਿਦਿਨ ਦਾ ਸੇਮ ਫਾਈਲ मतलब सेम फाइल के अंदर ही असी CSS क्रिएट कर देनी है। जिमें कि यह अपने टैग के अंदर सी, हुण आपां टैग के अंदर नहीं करनी, हुण आपां फाइल के अंदर करनी है। फाइल के अंदर जो आपां करनी है तो आपां उहनूं हैड दे विच लिखांगे, ठीक है। जदों फाइल दे विच करनी है तो आपां उसनूं किस च लिखांगे, हैड सैक्शन दे विच लिखांगे। हैड सैक्शन च स्टाइल, स्टाइल क्लोज, ठीक है। H1 जो H1 है अपना उसनूं असीं उसदी की चेंजिस करनी है, सेम वही यूज कर लेने जो पहला लिखिया सी, लाइक कलर इज रेड, देन टेक्स्ट अलाइन, टेक्स्ट अलाइन इज सेंटर विद सेमीकोलन। ਹੁਣ ਜਿੱਥੇ ਜਿੱਥੇ ਵੀ ਇਸ ਫਾਈਲ ਦੇ ਵਿੱਚ H1 ਟੈਗ ਹੋਇਆ ਉਹਦੇ ਵਿੱਚ ਇਹ ਉਹਦੀ ਸੈਟਿੰਗਸ ਹੋ ਗਈਆਂ, ਠੀਕ ਹੈ ਨਾ। ਜਿੱਥੇ ਜਿੱਥੇ ਵੀ H1 ਟੈਗ ਹੈ, ਤਿੰਨ ਜਗ੍ਹਾ ਤੇ ਆਪਾਂ H1 ਟੈਗ ਯੂਜ਼ ਕੀਤਾ, ਤਿੰਨ ਜਗ੍ਹਾ ਤੇ ਹੀ ਉਹਨੇ ਕੀ ਕਰਦਾ, ਰੈੱਡ ਤੇ ਸੈਂਟਰ। ਸਿਮਿਲਰਲੀ H2 ਦੇ ਵਿੱਚ ਆਪਾਂ ਦੇਖ ਲਈਏ, ਇੱਕ ਆਪਾਂ H2 ਬਣਾ ਲੈਂਦੇ ਆ, H2 ग्रीन राइट H2 टैग, ਹੁਣ H1 की है रेड है, H2 की है ग्रीन है, ठीक है ना। तो राइट साइड ते है ਇਹ ਕੀ ਹੈ ਆਪਣੇ ਜਿਹੜੇ ਆਪਾਂ ਕਹਿੰਦੇ ਆ ਇੰਟਰਨਲ ਸਟਾਈਲ ਸ਼ੀਟ। ਇੱਕ ਇਸ ਦੀ ਵੀ ਪਿਕ ਲੈ ਲਓ ਐਗਜ਼ਾਮਪਲ ਦੇ ਲਈ। ਇੰਟਰਨਲ ਸਟਾਈਲ ਸ਼ੀਟ ਜਦੋਂ ਸਾਡੀ ਫਾਈਲ ਦੇ ਅੰਦਰ ਸੇਮ ਉਸੇ ਫਾਈਲ 'ਚ ਸਾਡੀ ਡਾਟਾ ਪਿਆ, ਉਸ ਫਾਈਲ ਦੇ ਵਿੱਚ ਹੀ ਆਪਣੀ CSS ਹੈ, ਉਹਨੂੰ ਆਪਾਂ ਕਵਾਂਗੇ ਇਹ ਕਿਹੜੀ ਸਾਡੀ ਸਟਾਈਲ ਸ਼ੀਟ ਹੈ, ਇੰਟਰਨਲ CSS ਹੈ ਸਾਡੀ। ਸਿਮਿਲਰਲੀ ਆਪਾਂ ਕਹਿ ਸਕਦੇ ਹਾਂ ਬੋਡੀ ਟੈਗ ਲਗਾਈਏ, ਇੱਥੇ ਬੋਡੀ ਨੂੰ ਕੋਈ ਕਲਰ ਦੇਣਾ ਹੈ, बॉडी सपोज आप कहिए बैकग्राउंड कलर इक्वल टू सियान, कुछ स्पेलिंग मिस्टेक होने या प्रॉपर्टी का नेम कुछ चेंज होना है, ठीक है ना। बैकग्राउंड कलर इज इक्वल टू नहीं कॉलन, ठीक है, कॉलन लगना इक्वल टू नहीं, ठीक है ना। बैकग्राउंड कलर इज सिया, ठीक है। ये अपना की है एक होर। हुण इस दे विच की है अपने जिहड़े जिथे जिथे टैग्स यूज करांगे उत्थे उत्थे ये चीज़ अपनी आइडेंटिफाई होगी। हुण H1 ते यह टी लगाता है आपां, मैनू ये मेरी रिक्वायरमेंट है भी H1 H2 H3 की कोई पर्टिकुलर फिक्स करना है। जब आप इस टॉपिक में एवं देखते हैं, पहले आप थर्ड टाइप कर लिया, फिर आप इस ते आने हैं। थर्ड टाइप केड़ी अपनी एक्सटर्नल स्टाइल शीट, एक्सटर्नल CSS। एक्सटर्नल CSS का मतलब है साडा स्टाइल एक अलग फाइल दे विच है ते साडा जिहड़ा डेटा है HTML है वो डिफरेंट फाइल च है,
ठीक है ना। स्टाइल अलग फाइल च है, HTML डिफरेंट फाइल च है। इसनूं आपां सेव करना है .css नाल। इसनूं आपां नूं पता ही है .html नाल, ਜਿਹੜੀ HTML वाली फाइल है, ठीक है ना। ਹੁਣ ਆਪਾਂ ਸਟਾਈਲ ਇੱਕ ਅਲੱਗ ਬਣਾ ਕੇ ਰੱਖ ਲਈ ਫਾਈਲ .css ਦੇ ਨਾਲ। ਜਿਵੇਂ ਆਪਾਂ ਦੇਖਦੇ ਹਾਂ ਇੱਥੇ ਮੈਂ ਬਣਾਇਆ ਹੋਇਆ ਇੱਕ ਫਾਈਲ ਬਣਾਈ ਹੈ mystyle.css। ਫਾਈਲ ਦਾ ਨਾਮ ਕੀ ਹੈ? mystyle.css। ਮਤਲਬ ਜੇ ਸਿੰਪਲ ਜਿਵੇਂ ਆਪਾਂ ਦੇਖੀਏ, ਆਪਾਂ ਕੋਈ ਨਵੀਂ ਫਾਈਲ ਕ੍ਰੀਏਟ ਕਰਨੀ ਹੈ, ਫਾਈਲ ਦੇ ਵਿੱਚ ਜਾਵਾਂਗੇ, ਨਿਊ, ਸਿੰਪਲ ਨੋਟਪੈਡ ਦੇ ਵਿੱਚ ਵੀ ਚਾਹੇ ਤੁਸੀਂ ਓਪਨ ਕਰ ਲਓ, ਠੀਕ ਹੈ ਨਾ। ਜਾਂ ਜਿਵੇਂ ਨੋਟਪੈਡ ਪਲੱਸ ਦੇ ਵਿੱਚ ਜਾਂ ਐਡਿਟ ਦੇ ਵਿੱਚ, ਐਡਿਟ ਪਲੱਸ 'ਚ CSS ਦੀ ਆਪਸ਼ਨ ਆਉਂਦੀ ਹੈ, ਉਸ ਦੇ ਨਾਲ ਥੋੜ੍ਹੇ ਕਲਰਫੁਲ ਹੁੰਦੇ ਆ। ਆਪਾਂ ਲਗਾਤਾ ਬੋਡੀ ਦੇ ਵਿੱਚ ਉਹਦਾ ਲਾਈਟ ਬਲੂ ਕਲਰ ਹੋ ਜੇ, H1 ਜਿਹੜਾ ਹੈ ਨੇਵੀ ਕਲਰ, ਮਾਰਜਨ ਲੈਫਟ ਜਾਂ ਸੈਂਟਰ, ਜੋ ਵੀ ਆਪਾਂ ਕਰਨਾ ਹੈ ਉਹਦੇ ਸਟਾਈਲ ਸੈੱਟ ਕਰਤੇ। ਜਦੋਂ ਇਹਨੂੰ ਸੇਵ ਕਰਨਾ ਹੈ, ਇਹਨੂੰ ਸੇਵ ਕਿਸ ਹਿਸਾਬ ਨਾਲ ਕਰ ਲਿਆ, ਜਿਵੇਂ ਮੈਂ ਲਿਖ ਲਿਆ mystyle.css। ਸੇਵ ਕਿਵੇਂ ਕਰਨਾ ਹੈ? ਸੇਮ ਫੋਲਡਰ ਦੇ ਵਿੱਚ ਹੀ mystyle2.css ਸੇਵ, ਇਹ ਫਾਈਲ ਨੂੰ ਆਪਾਂ ਸੇਵ ਕਰ ਲਿਆ। ਐਕਸਟਰਨਲ ਫਾਈਲ ਬਣਾ ਲਈ, ਇੱਕ ਅਲੱਗ ਤੋਂ ਫਾਈਲ ਬਣਾ ਲਈ, ਜਿਸ ਦੇ ਵਿੱਚ ਕੀ ਹੋਣਗੇ, ਮੇਰੇ ਇਕੱਲੇ ਸਟਾਈਲਸ ਹੀ ਪਏ ਹੋਣਗੇ, ਜਿਸ 'ਚ ਮੈਂ ਆਪਣੇ ਸਾਰੇ ਸਟਾਈਲਸ ਬਣਾ ਲੂੰਗਾ ਵੀ ਮੇਰੇ ਕਿਹੜੇ ਸਟਾਈਲ ਦੇ ਵਿੱਚ ਕਿਹੜਾ ਕੀ ਚੇਂਜਸ ਕਰਨੀ ਹੈ, ਠੀਕ ਹੈ ਨਾ। ਵੀ H2 ਨੂੰ ਮੈਂ ਰੈੱਡ ਕਲਰ ਦੇਣਾ ਹੈ, ਬੈਕਗਰਾਊਂਡ ਦਾ ਲਾਈਟ ਬਲੂ ਹੈ, ਠੀਕ ਹੈ। H1 'ਚ ਨੇਵੀ ਹੈ। ਇਸ ਨੂੰ ਜਦੋਂ ਯੂਜ਼ ਕਰਨਾ ਹੈ, ਇਸ ਨੂੰ ਆਪਾਂ ਇੱਕ ਬਣਾ ਲਿਆ, ਜਦੋਂ ਇਸ ਨੂੰ ਯੂਜ਼ ਕਰਨਾ ਹੈ, ਉਸ ਦੇ ਲਈ ਆਪਾਂ ਯੂਜ਼ ਕਰਾਂਗੇ ਲਿੰਕ ਟੈਗ। ਰਿਲੇਸ਼ਨ ਕ੍ਰੀਏਟ ਕੀਤਾ ਹੈ ਕਿਸ ਟਾਈਪ ਦੀ ਫਾਈਲ ਦੇ ਨਾਲ? ਸਟਾਈਲ ਸ਼ੀਟ, href, ਹਾਈਪਰ ਰੈਫਰੈਂਸ ਕਿਹੜਾ ਦਿੱਤਾ ਮੈਂ? mystyle, ਜਿਹੜਾ ਵੀ ਆਪਾਂ ਬਣਾਇਆ ਸੀ, ਆਪਾਂ ਕਿਹੜਾ ਬਣਾਇਆ ਸੀ? mystyle2.css, mystyle2.css, ਠੀਕ ਹੈ। ਪਲੱਸ ਇਸ ਦੇ ਵਿੱਚ ਇੱਕ ਆਪਾਂ ਲਿਖ ਸਕਦੇ ਹਾਂ ਜਿਹੜਾ ਆਪਣਾ ਹੁੰਦਾ ਟਾਈਪ, ਠੀਕ ਹੈ। ਐਟਰੀਬਿਊਟ ਟਾਈਪ ਵੀ ਹੈ, ਆਪਸ਼ਨਲ ਹੈ ਵੈਸੇ, ਬਟ ਲਿਖ ਲਓ text/css। ਮਤਲਬ ਜਿਹੜਾ ਇਹ ਲਿੰਕ ਕ੍ਰੀਏਟ ਕੀਤਾ ਹੈ ਉਹਦਾ ਕਿਸ ਟਾਈਪ ਦਾ ਹੈ, ਉਹਦਾ ਰਿਲੇਸ਼ਨ ਕੀ ਹੈ, ਆਪਣਾ ਸਟਾਈਲ ਸ਼ੀਟ ਹੈ। ਟਾਈਪ ਕੀ, ਉਹਦਾ ਸਿੰਪਲ ਟੈਕਸਟ ਫਾਈਲ ਹੈ CSS ਟਾਈਪ ਦੀ। ਲਿੰਕ ਕਿਸ ਨਾਲ ਕ੍ਰੀਏਟ ਕੀਤਾ ਆਪਾਂ? mystyle2.css ਨਾਲ। ਇਸ 'ਚ ਆਪਾਂ ਯੂਜ਼ ਕੀ ਕੀਤਾ ਹੈ? H1 ਪੈਰਾਗ੍ਰਾਫ, H2 ਠੀਕ ਹੈ। ਜਦੋਂ ਆਪਾਂ ਦੇਖਾਂਗੇ ਇਸ ਦੇ ਵਿੱਚ, ਇਸ 'ਚ ਕੀ ਹੈ, ਉਹੀ ਚੀਜ਼ ਚੇਂਜ ਆਈਆਂ ਪਈਆਂ ਜਿਹੜੇ ਆਪਾਂ ਇਸ ਸਟਾਈਲ 'ਚ ਕੀਤਾ ਹੋਇਆ। H1 ਕੀ ਹੈ? ਨੇਵੀ, H2 ਕੀ ਹੈ? ਰੈੱਡ, ਬੈਕਗਰਾਊਂਡ ਕੀ ਹੈ? ਬਲੂ, ਠੀਕ ਹੈ। ਬੈਕਗਰਾਊਂਡ ਲਾਈਟ ਬਲੂ, H1 ਦੈਨ H2, ਠੀਕ ਹੈ ਨਾ। ਇਹ ਕਿਸ ਟਾਈਪ ਦੀ? ਆਪਣੀ ਐਕਸਟਰਨਲ ਸਟਾਈਲ ਸ਼ੀਟ। ਮਤਲਬ ਦੋ ਸਟਾਈਲ ਸ਼ੀਟਸ ਬਣਾਈਆਂ ਮੈਂ, ਦੋ ਫਾਈਲਸ ਬਣਾਈਆਂ, ਇੱਕ ਸਟਾਈਲ ਸ਼ੀਟ ਦੀ CSS ਦੀ, ਜਿਸ ਦਾ ਨਾਮ ਕੀ ਰੱਖਿਆ? mystyle.css। ਉਹਦੇ ਵਿੱਚ ਸਾਰੇ ਸਟਾਈਲ ਬਣਾ ਲਏ ਆਪਾਂ। ਦੈਨ ਇੱਕ ਆਪਣੀ ਫਾਈਲ ਕਿਹੜੀ ਬਣਾ ਲਈ ਆਪਾਂ, ਜਿਹੜੀ ਮੇਨ ਫਾਈਲ ਹੈ HTML ਵਾਲੀ ਫਾਈਲ, ਜਿਸ ਦੇ ਵਿੱਚ ਆਪਾਂ ਉਸ CSS ਫਾਈਲ ਨੂੰ ਕੀ ਕਰਦਾ, ਆਪਾਂ ਲਿੰਕ ਕਰਦਾ। ਇੱਕ ਮਿੰਟ ਇਸ ਨੂੰ ਦੇਖੋ, ਮੈਂ ਦੋਨੇ ਇਹ ਪਿਕ ਲਓ ਇਹਨਾਂ ਦੋਨਾਂ ਦੀ, ਜਾਂ ਨੋਟ ਕਰ ਲਓ ਕਾਪੀ ਤੇ। ਇੱਕ ਇਹ ਫਾਈਲ ਹੈ ਜਿਹੜਾ ਆਪਣਾ ਇਹ ਟੈਗ ਨੂੰ, ਇਸ ਟੈਗ ਨੂੰ ਨੋਟ ਕਰੋ ਇੱਕ ਵਾਰ, ਜਿਹੜਾ ਲਿੰਕ ਟੈਗ ਹੈ। ਹਾਂਜੀ, ਇੱਥੇ ਤੱਕ ਕਿਸੇ ਨੂੰ ਕੋਈ ਕਨਫਿਊਜ਼ਨ ਹੋਵੇ ਚੈਟ ਦੇ ਵਿੱਚ ਪੁੱਛ ਸਕਦਾ ਇੱਕ ਵਾਰ। ਹਾਂਜੀ, ਇੱਕ ਵਾਰ ਦੱਸੋ ਕੋਈ ਕਨਫਿਊਜ਼ਨ ਹੈ ਇਸ ਟੌਪਿਕ ਤੱਕ? ਚੈਟ ਦੇ ਵਿੱਚ ਦੱਸੋ ਅਗਰ ਕੋਈ ਕਨਫਿਊਜ਼ਨ ਹੈ ਤਾਂ ਪਹਿਲਾਂ ਆਪਾਂ ਉਹ ਕਰ ਲਈਏ, ਫਿਰ ਆਪਾਂ ਅਗਲਾ ਟੌਪਿਕ ਕਰਦੇ ਹਾਂ ਥੋੜਾ ਜਿਹਾ। ਲਾਈਕ ਜੋ ਹੁਣ ਆਪਣੇ ਇਹ ਹੈ, ਆਪਾਂ ਟਰਮ ਯੂਜ਼ ਕਰ ਰਹੇ ਸੀ ਜੋ ਸਿਲੈਕਟਰ ਹੈ, ਵੀ ਉਸ ਦੇ ਵਿੱਚ ਆਪਣੀਆਂ ਇੱਕ
इस जगह ते ਆਪਾਂ देख रहे सी भी एक साडा सिलेक्टर है, ठीक है, दैन उसकी प्रॉपर्टीज है, दैन उसदियां वैल्यूज है। हुण जिहड़ा सिलेक्टर है एक अलग अलग टाइप का हो सकता है, ठीक है ना। मतलब जो सिलेक्टर है इसनूं ਜਿਹੜੇ डिफाइन करन दे लई जो स्टाइल डिफाइन करने 5 तरीके नाल आपां कर सकते हैं। लाइक फर्स्ट जे आपां देखिए, फर्स्ट है अपना जिहड़ा सिंपल सिलेक्टर। एग्जाम्पल नाल नाल नोट करी जाइयो, सिंपल सिलेक्टर जो अपनी यह एग्जाम्पल है, जिन्नियां भी आपां एग्जाम्पल कीतियां ये सिंपल सिलेक्टर है। मतलब H1 यह, H2 यह, बॉडी यह। जो आप इसनूं रन किया H1 की अलग स्टाइल्स है, H2 की अलग है, बॉडी की अलग है। ये की अपना सिंपल सिलेक्टर टाइप। मतलब पर्टिकुलर आप सिलेक्ट कर लिया H1 दे मैं इत्थे एक्सप्लेन करते भी ये उहदे स्टाइल होंगे। सैकेंड है अपना आईडी बेस्ड, आईडी सिलेक्टर, आईडी बेस्ड सिलेक्टर। मतलब हुण असीं किसी पर्टिकुलर टैग दी स्टाइल नहीं बनावांगे, आपां एक स्टाइल नूं एक आईडी देवांगे। जिवें मैं लिखता है सिलेक्टर 1, ठीक है, कोई भी नाम दे दो, हैश सिलेक्टर 1। इत्थे मैं उहदा साइज उहदा सैट करता डिजाइन, लाइक कलर रेड, सिंपल ही करते हैं फिलहाल, एक एग्जाम्पल ही समझनी आपां, ठीक है ना। कलर रेड। मतलब हुण मैं एक आईडी क्रिएट की है, इत्थे मैं कोई टैक्सट टैग का नेम नहीं लिखिया, टैग नेम नहीं है। हुण जदों मैं टैग यूज करना है, चाहे मैं जेड़ा मर्जी यूज करा, पैराग्राफ यूज करा, मैं लिख दूंगा आईडी इज इक्वल टू सिलेक्टर 1। पैराग्राफ की इनफॉर्मेशन, पैराग्राफ क्लोज। मैनू H2 चाहिए, सिंपल सिंपल H2। मेरी रिक्वायरमेंट है H1 दे विच भी वही सैटिंग आ जाए, किहड़ी पैराग्राफ वाली। मैं इत्थे भी की लिख दूंगा आईडी इज इक्वल टू सिलेक्टर 1 या सिलेक्शन 1, जो भी उसका तुसीं नाम रखिया, H1 क्लोज। मतलब मैनू बार बार हरेक टैग के लिए अलग अलग देने की जरूरत नहीं है। डिजाइन एक बार डिजाइन दिता, उसनूं आपां जिन्नी बार मर्जी यूज कर लीए आईडी दे नाल। लाइक आप इत्थे एग्जाम्पल देखते हैं, इसका आपां रख लैंदे आ हैश सिलेक्टर 1, ठीक है ना, जां अपना स्टाइल 1। स्टाइल 1 की कह रहा हुण मेरा, ये कट करते हैं फिलहाल। स्टाइल 1 के अकॉर्डिंग मेरा की है भी जिहड़ा स्टाइल 1 मैं जिथे यूज किया है वो की हो जाए रेड कलर का हो जाए तो सेंटर दे विच हो जाए। मेरी रिक्वायरमेंट है भी जिहड़ा ये हैलो 2 है ये की हो जाए रेड, इस ते वो स्टाइल लगाना है, तो आईडी इज इक्वल टू स्टाइल 1। H2 ते भी सपोज एक H3 लिखना, मैं उस ते भी यही लगाना चाहना है, हैलो 4। आईडी इज इक्वल टू ST1। हुण एक आईडी क्रिएट किया, इंस्टैड ऑफ मैं टैग पर्टिकुलर सिंपल टैग दे अकॉर्डिंग उसका स्टाइल नहीं किया, मैं एक आईडी देता, एक स्टाइल बनाता है, उसनूं एक आईडी देती, उस आईडी में मैं जिथे जिथे यूज करूँगा उत्थे उत्थे वही स्टाइल आने चाहिए, ठीक है। H2 की हो गया सेंटर ते रेड, H3 की हो गया सेंटर ते रेड, जो अपनी इत्थे रिक्वायरमेंट सी। मतलब अब पर्टिकुलर H1 ते मैं वो आईडी लगाता है, तो H3 ते लगाता है, जिथे जिथे मैं ये आईडी लगाऊंगा उसके अकॉर्डिंग वो चली जाऊगा, ठीक है। एक बार इसकी भी पिक लै लो तुसीं जां कॉपी ते नोट कर लो। जिहड़ा उहदा सैकेंड वे है स्टाइलिंग करन दा, दैन जो साडा थर्ड वे है, जो थर्ड है वो आलमोस्ट आईडी की तरह ही है, जिसनों आपां बोलते हैं क्लास, क्लास टाइप सिलेक्टर। डॉट जिवें वो हैश नाल स्टार्ट करना है, ये डॉट नाल स्टार्ट करना है। जिवें सपोज आपां कह लईए डॉट सेंटर लगा लिया, ਉਹਦੇ ਵਿੱਚ ਤੁਸੀਂ ਉਹਦਾ ਅਲਾਈਨ ਕਰ ਲਓ, ਚਾਹੇ ਅਲਾਈਨ ਕੀ ਕਰਤਾ ਹੈ ਆਪਾਂ सेंटर करता है, ठीक है।
ਡਾਟ ਕਲਾਸ ਡਾਟ ਦੇ ਨਾਲ ਉਸ ਨੂੰ ਯੂਜ਼ ਕੀਤਾ ਡਾਟ ਸੈਂਟਰ ਜਿਹੜਾ ਕਲਾਸ ਟਾਈਪ ਹੈ। ਤੇ ਜਦੋਂ ਆਪਾਂ ਉਸ ਨੂੰ ਯੂਜ਼ ਕਰਨਾ ਹੈ ਜਿਸ ਜਗ੍ਹਾ ਤੇ ਵੀ ਪੈਰਾਗ੍ਰਾਫ ਜਿੱਥੇ ਆਪਾਂ ਆਈਡੀ ਲਿਖਦੇ ਸੀ ਹੁਣ ਲਿਖ ਲਾਂਗੇ ਕਲਾਸ ਇਜ਼ ਇਕੁਅਲ ਟੂ ਸੈਂਟਰ। ਠੀਕ ਹੈ, ਜੋ ਵੀ ਆਪਾਂ ਨਾਮ ਰੱਖਿਆ ABC ਕੁਝ ਵੀ ਨਾਮ ਹੋ ਸਕਦਾ ਹੈ, ਜੋ ਵੀ ਆਪਾਂ ਨਾਮ ਰੱਖਿਆ ਉਹ ਆਪਾਂ ਇੱਥੇ ਨਾਮ ਲਿਖਾਂਗੇ। ਜਿਵੇਂ ਆਈਡੀ ਸੀ, ਆਈਡੀ ਨੂੰ ਹੈਸ਼ ਨਾਲ ਡਿਕਲੇਅਰ ਕਰ ਲਿਆ ਆਪਾਂ, ਕਲਾਸ ਨੂੰ ਡਾਟ ਦੇ ਨਾਲ ਕਰਕੇ ਆਪਾਂ ਕਲਾਸ ਦੇ ਨਾਲ ਉਸ ਨੂੰ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ। ਜਿਵੇਂ ਜੇ ਆਪਾਂ ਇਹਦੀ ਐਗਜ਼ਾਮਪਲ ਦੇਖੀਏ ਡਾਟ ਸਟਾਈਲ then class is equal to style1 class is equal to style2। ਠੀਕ ਹੈ, ਉੱਥੇ ਪਾਰਟਿਕੂਲਰ ਕਲਾਸ ਆਪਾਂ ਅਮੈਂਡ ਕਰਤੀ, ਮਤਲਬ ਉਸ ਟਾਈਪ ਦਾ ਹੋ ਗਿਆ। ਇਸ ਦਾ ਥੋੜਾ ਜਿਹਾ ਫਾਇਦਾ ਹੋਰ ਆਪਾਂ ਅੱਗੇ ਕਰਾਂਗੇ ਵੀ ਆਪਾਂ ਟੈਗ ਦੇ ਪਾਰਟਿਕੂਲਰ ਹਰੇਕ ਟੈਗ ਦੀ ਆਪਣੀ ਕਲਾਸ ਹੋ ਸਕਦੀ ਹੈ। ਠੀਕ ਹੈ ਨਾ, ਉਸ 'ਚ ਇਹਦਾ ਜ਼ਿਆਦਾ ਫਾਇਦਾ ਕਲੀਅਰ ਹੋਊਗਾ, ਉਹ ਆਪਾਂ ਅੱਗੇ ਆਉਣ ਵਾਲੇ ਲੈਕਚਰਸ 'ਚ ਕਰਾਂਗੇ। ਦੈਨ ਫੋਰਥ ਟਾਈਪ ਹੈ ਆਪਣੀ ਯੂਨੀਵਰਸਲ ਸਿਲੈਕਟਰ। ਯੂਨੀਵਰਸਲ ਸਿਲੈਕਟਰ ਸਿੰਪਲੀ ਕੀ ਯਾਦ ਰੱਖਣਾ ਹੈ, ਸਟਾਰ ਦੇ ਨਾਲ ਤੁਸੀਂ ਸਟਾਈਲਿੰਗ ਡਿਕਲੇਅਰ ਕਰ ਦਿਓ, ਸਟਾਰ ਦੇ ਨਾਲ ਇਹ ਸਾਰਿਆਂ ਤੇ ਐਪਲੀਕੇਬਲ ਹੋ ਜੂਗੀ। ਜਿਵੇਂ ਨਾਮ ਤੋਂ ਹੀ ਕਲੀਅਰ ਹੈ ਯੂਨੀਵਰਸਲ ਸਟਾਈਲਿੰਗ। ਯੂਨੀਵਰਸਲ ਸਟਾਈਲਿੰਗ ਦੇ ਵਿੱਚ ਕੀ ਹੋਊਗਾ, ਜਿਹੜਾ ਆਪਣਾ ਯੂਨੀਵਰਸਲ ਜਦੋਂ ਕ੍ਰੀਏਟ ਕਰਨਾ ਹੈ ਸਟਾਰ ਕ੍ਰੀਏਟ ਲਗਾ ਕੇ ਉਸ ਤੋਂ ਬਾਅਦ ਕਰਲੀ ਬ੍ਰੇਸਿਸ ਸਟਾਰਟ ਕਰਲੀ ਬ੍ਰੇਸਿਸ ਬੰਦ, ਇਸ ਦੇ ਵਿੱਚ ਜੋ ਵੀ ਤੁਸੀਂ ਸਟਾਈਲਿੰਗ ਕਰੋਗੇ ਉਹ ਆਪਣੀ ਜਿਹੜੇ ਆਪਣੇ ਫਰਦਰ ਟੈਗਸ ਹੈ ਉਹਨਾਂ ਤੇ ਐਪਲੀਕੇਬਲ ਹੋ ਜੂਗੀ ਜਦੋਂ ਤੱਕ ਉਸ ਤੇ ਕੋਈ ਹੋਰ ਚੀਜ਼ ਨਹੀਂ ਲਗਾਈ ਆਪਾਂ। ਠੀਕ ਹੈ, ਦੈਨ ਫਿਫਥ ਹੈ ਉਹ ਹੁੰਦਾ ਆਪਣਾ ਗਰੁੱਪ ਦੇ ਲਈ, ਜਦੋਂ ਆਪਣੇ ਕੋਲ ਗਰੁੱਪ ਸਿਲੈਕਟਰਸ ਹੋਣ। ਗਰੁੱਪ ਸਿਲੈਕਟਰਸ ਦਾ ਮਤਲਬ ਕੀ ਹੈ, ਗਰੁੱਪ ਸਿਲੈਕਟਰ ਦਾ ਮਤਲਬ ਹੈ ਮੈਂ ਇੱਕੋ ਜਿਹੀ ਕੋਡਿੰਗ ਇੱਕੋ ਜਿਹੀ ਡਿਜ਼ਾਈਨਿੰਗ ਕਾਫੀ ਜ਼ਿਆਦਾ ਤੇ ਕਰਨੀ ਹੈ। ਜਿਵੇਂ H1, H2, H4 ਵੀ ਜਿਹੜੇ ਮੇਰੇ ਇਹ ਤਿੰਨ ਤਰ੍ਹਾਂ ਦੀ ਹੈਡਿੰਗ ਹੈ, ਇਹਨਾਂ ਸਾਰਿਆਂ ਦਾ ਕਲਰ ਕੀ ਹੋਵੇ ਸਾਡਾ ਯੈਲੋ। ਤੇ ਜਦੋਂ ਮੈਂ ਇਹ ਯੂਜ਼ ਕਰ ਰਿਹਾ H1, H2 ਤੇ H4 ਉਹਨਾਂ ਦਾ ਟੈਕਸਟ ਅਲਾਈਨ ਕੀ ਹੋ ਜੇ ਆਪਣਾ ਹੋ ਜੇ ਰਾਈਟ। ਠੀਕ ਹੈ, ਹੁਣ ਇਹਦੇ ਨਾਲ ਕੀ ਹੋਊਗਾ, ਜਿਹੜੇ ਗਰੁੱਪ ਦੇ ਸਿਲੈਕਟਰ ਦੇ ਨਾਲ ਵੀ ਜਿੱਥੇ ਇਹ ਹੈ ਵੀ ਮੈਨੂੰ ਪਾਰਟਿਕੂਲਰ ਹਰੇਕ ਨੂੰ ਅਲੱਗ-ਅਲੱਗ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਡਾਇਰੈਕਟਲੀ ਇਸ ਜਗ੍ਹਾ ਤੇ ਲਿਖ ਸਕਦਾ H1, H2, H4। ਜਿੱਥੇ ਮੈਂ ਹੁਣ H1, H2 ਜਾਂ H4 ਯੂਜ਼ ਕਰੂੰਗਾ ਉੱਥੇ ਮੇਰੀ ਕੀ ਹੋਊਗੀ, ਇਹੀ ਸਟਾਈਲਿੰਗ ਆ ਜਾਊਗੀ ਜਿਹੜੀ ਆਪਾਂ ਇੱਕ ਵਾਰ ਕ੍ਰੀਏਟ ਕੀਤੀ ਹੈ। ਠੀਕ ਹੈ, H1, H2 ਤੇ H4, H3 ਤੇ ਆਪਾਂ ਨਹੀਂ ਲਗਾਈ ਇਸ ਕਰਕੇ ਉਸ ਤੇ ਕੋਡਿੰਗ ਨਹੀਂ ਹੈ। ਜਦੋਂ ਆਪਾਂ H3 ਤੇ ਵੀ ਜੇ ਲਗਾ ਲਈਏ ਤਾਂ ਆਪਾਂ ਇੱਥੇ H3 ਵੀ ਲਿਖ ਲਾਂਗੇ। ਹੁਣ ਦੇਖਾਂਗੇ ਹੁਣ ਸਾਰੇ ਤੇ ਠੀਕ ਹੈ ਨਾ, ਇਹ ਕਿਸ ਟਾਈਪ ਦੀ ਆਪਣੀ ਗਰੁੱਪ ਟਾਈਪ ਦੀ, ਮਤਲਬ 5 ਤਰ੍ਹਾਂ ਦੇ ਸਿਲੈਕਟਰਸ ਹੋ ਸਕਦੇ ਆ ਜਦੋਂ ਆਪਾਂ ਉਹਨਾਂ ਦੇ ਵਿੱਚ ਸਟਾਈਲ ਸ਼ੀਟਸ ਨੂੰ ਸਟਾਈਲ ਦੇਣਾ ਹੈ। ਠੀਕ ਹੈ, ਆਰਡਰ ਆਪਾਂ ਦੇਖਿਆ ਸੀ ਪਹਿਲਾਂ ਕੀ ਹੋਊਗਾ, ਇਨਲਾਈਨ ਨੂੰ ਪ੍ਰਾਇੋਰਟੀ ਮਿਲੂਗੀ, ਦੈਨ ਇੰਟਰਨਲ ਐਕਸਟਰਨਲ ਜਿਹੜੀ ਵੀ ਹੋਈ, ਦੈਨ ਬਰਾਊਜ਼ਰ ਜੋ ਹੈ ਥਰਡ ਨੰਬਰ। ਠੀਕ ਹੈ, ਅੱਜ ਆਪਾਂ ਇੰਨੀ ਕੀ ਇੰਟਰੋਡਕਸ਼ਨ ਕਰਦੇ ਹਾਂ, ਪਲੱਸ ਜੋ ਤੁਹਾਡਾ ਵਰਕ ਹੈ ਤੁਸੀਂ ਕੀ ਕਰਕੇ ਰੱਖਣਾ ਹੈ, ਜਾਂ ਤੁਸੀਂ ਚੈਟ ਦੇ ਵਿੱਚ ਜਾਂ ਕਮੈਂਟ ਦੇ ਵਿੱਚ ਜਦੋਂ ਵੀਡੀਓ ਅਪਲੋਡ ਕਰੂੰਗਾ ਮੈਂ ਕਮੈਂਟ ਦੇ ਵਿੱਚ ਤੁਸੀਂ ਹਰੇਕ ਸਟੂਡੈਂਟ ਨੇ ਕੋਈ ਇੱਕ ਟੈਗ ਹੈ, ਜਿਵੇਂ ਸਪੋਜ਼ H1 ਟੈਗ ਹੈ, H1 ਟੈਗ ਦੀ ਸਾਰੀ ਸਟਾਈਲਿੰਗ ਲਿਖਣੀ ਹੈ ਵੀ ਕੀ ਉਸ 'ਚ ਐਟਰੀਬਿਊਟ ਕਿਹੜੀ ਪ੍ਰੋਪਰਟੀ ਦੀ ਕਿਹੜੀ ਵੈਲਿਊ ਹੋ ਸਕਦੀ ਹੈ, ਜਿਵੇਂ ਕਲਰ, ਟੈਕਸਟ ਅਲਾਈਨ, ਬਾਰਡਰ ਅਲਾਈਨ, ਬਾਰਡਰ ਸ਼ੇਪ, ਜਾਂ ਜੇ ਆਪਾਂ ਕਹੀਏ ਬਾਰਡਰ ਸਟਾਈਲ ਹੋ ਸਕਦਾ ਹੈ, ਬੈਕਗਰਾਊਂਡ ਕਲਰ ਹੋ ਸਕਦਾ ਹੈ ਉਸਦਾ, ਦੈਨ ਉਸ ਦੇ ਵਿੱਚ ਪੈਡਿੰਗ ਹੋ ਸਕਦੀ ਹੈ, ਮਾਰਜਨਸ ਹੋ ਸਕਦੇ ਹੈ, ਵੀ ਕਿੰਨੀ ਤਰ੍ਹਾਂ ਦੇ ਹੋ ਸਕਦੇ ਹੈ। ਠੀਕ ਹੈ, ਇਹ ਟਰਾਈ ਕਰਕੇ ਹਰੇਕ ਸਟੂਡੈਂਟ ਨੇ ਇੱਕ ਤਰ੍ਹਾਂ ਦਾ ਟੈਗ ਨੂੰ ਉਹਦੀ ਸਟਾਈਲਿੰਗ ਕਰਕੇ ਕਮੈਂਟ ਦੇ ਵਿੱਚ ਪੇਸਟ ਕਰਨਾ। ਠੀਕ ਹੈ, ਹੋਰ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤਾਂ ਪੁੱਛ ਸਕਦੇ ਹੋ ਤੁਸੀਂ। ਫਿਲਹਾਲ ਆਪਾਂ ਇਹ ਕਲਾਸ ਇੱਥੇ ਬੰਦ ਕਰਦੇ ਹਾਂ ਇਸ ਦੀ। ਹਾਂਜੀ, ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਚੈਟ ਦੇ ਵਿੱਚ ਜਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ।